ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ। ਲੇਖਕ ਸਰਦਾਰ ਅਜਮੇਰ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਭਾਗ 19। ਕੈਨੇਡਾ ਦੀ ਪਹਿਲੀ ਫੇਰੀ। ਖਾਲੜਾ ਦੀ ਇਤਿਹਾਸਕ ਤਕਰੀਰ। ਸ਼ਹਾਦਤ ਦੀ ਦਾਤ ਅਤੇ ਆਧੁਨਿਕ ਮਾਡਰਨ ਜ਼ਮਾਨੇ ਦੇ ਸਨਮੁਖ ਸਿੱਖ ਧਰਮ ਦੀ ਵਿਲੱਖਣਤਾ ਤੇ ਮਹੱਤਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਦੀ ਪਹਿਲੀ ਫੇਰੀ। 1995 ਦੇ ਆਰੰਭ ਵਿੱਚ ਜਦੋਂ ਤੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਪ੍ਰੈਸ ਅੰਦਰ ਲਵਾਰਸ ਲਾਸ਼ਾਂ ਦਾ ਮਾਮਲਾ ਜ਼ੋਰ ਸ਼ੋਰ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਸੀ, ਉਦੋਂ ਤੋਂ ਉਸ ਦੀ ਜਾਨ ਨੂੰ ਦਰਪੇਸ਼ ਖਤਰਾ ਸਾਰਿਆਂ ਨੂੰ ਦੇਖਣ ਲੱਗ ਪਿਆ ਸੀ, ਜਿਸ ਨਾਲ ਦੇਸ਼ ਵਿਦੇਸ਼ ਵਿੱਚ ਬੈਠੇ ਉਸ ਦੇ ਸ਼ੁਭ ਚਿੰਤਕ ਫਿਕਰਮੰਦ ਹੋ ਗਏ ਸਨ। ਉਹ ਉਸ ਨੂੰ ਕਿਸੇ ਵੀ ਸੂਰਤ ਗਵਾਉਣਾ ਨਹੀਂ ਚਾਹੁੰਦੇ ਸਨ। ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਉਸ ਦਾ ਪੰਜਾਬ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ, ਜਿਸ ਕਰਕੇ ਉਸ ਨੂੰ ਜਿੰਨਾ ਜਲਦੀ ਹੋ ਸਕੇ ਭਾਰਤ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। 20 ਮਾਰਚ ਦੀ ਗੱਲ ਹੈ, ਜਦੋਂ ਭਾਈ ਖਾਲੜਾ ਨੂੰ ਅਚਾਨਕ ਟੋਰਾਂਟੋ ਕੈਨੇਡਾ ਤੋਂ ਰਣਜੀਤ ਸਿੰਘ ਉਰਫ ਕੁਲਦੀਪ ਸਿੰਘ ਦਾ ਫੋਨ ਆਇਆ। ਰਣਜੀਤ ਸਿੰਘ 80ਵੀਆਂ ਵਿੱਚ ਅੰਮ੍ਰਿਤਸਰ ਖਾਲਸਾ ਕਾਲਜ ਵਿੱਚ ਪੜ੍ਹਦਾ ਰਿਹਾ ਸੀ, ਜਿੱਥੇ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਸਰਗਰਮ ਹੋ ਗਿਆ ਸੀ। ਸ਼ਾਇਦ ਉਸ ਵੇਲੇ ਤੋਂ ਹੀ ਉਹ ਜਸਵੰਤ ਸਿੰਘ ਦਾ ਵਾਕਫ ਸੀ। ਉਸ ਨੇ ਫੋਨ ਕਰਕੇ ਭਾਈ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਬਾਰੇ ਸੈਮੀਨਾਰ ਵਿੱਚ ਹਾਜ਼ਰੀ ਭਰਨ ਲਈ ਕੈਨੇਡਾ ਆਉਣ ਦੀ ਦਾਵਤ ਦਿੱਤੀ ਸੀ। ਭਾਈ ਖਾਲੜਾ ਵੱਲੋਂ ਹਾਮੀ ਭਰਨ ਤੇ ਰਣਜੀਤ ਸਿੰਘ ਨੇ ਉਸ ਨੂੰ 2 ਦਿਨਾਂ ਵਿੱਚ ਆਪਣਾ ਕੱਪੜਿਆਂ ਵਾਲਾ ਬੈਗ ਲੈ ਕੇ ਚੁੱਪ ਚਪੀਤੇ ਸਿੱਧਾ ਦਿੱਲੀ ਕੈਨੇਡਾ ਦੇ ਦੂਤਾਵਾਸ ਪਹੁੰਚ ਜਾਣ ਲਈ ਕਿਹਾ। ਬਰੈਂਪਟਨ ਤੋਂ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਸ੍ਰੀਮਤੀ ਕੋਲੀਨ ਬੌਮੀਏ ਨੇ 24 ਮਾਰਚ ਨੂੰ ਦਿੱਲੀ ਅੰਦਰਲੇ ਕੈਨੇਡੀਅਨ ਦੂਤਾਵਾਸ ਨੂੰ ਚਿੱਠੀ ਲਿਖ ਕੇ ਜਸਵੰਤ ਸਿੰਘ ਖਾਲੜਾ ਨੂੰ ਵਿਜ਼ਟਰ ਵੀਜ਼ਾ ਦੇਣ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਸੀ। ਸ੍ਰੀਮਤੀ ਕੋਲੀਨ ਉਸ ਵੇਲੇ ਪਹਿਲੀ ਵਾਰ ਬਰੈਂਪਟਨ ਤੋਂ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਬਣੀ ਸੀ। ਉਸ ਦੇ ਮਨ ਅੰਦਰ ਸਿੱਖਾਂ ਪ੍ਰਤੀ ਪਿਆਰ ਤੇ ਹਮਦਰਦੀ ਦੀ ਸੱਚੀ ਸੁੱਚੀ ਭਾਵਨਾ ਸੀ ਅਤੇ ਉਸ ਨੂੰ ਸਿੱਖਾਂ ਦੀਆਂ ਰਾਜਨੀਤਿਕ ਉਮੰਗਾਂ ਨਾਲ ਦਿਲੀ ਹਮਦਰਦੀ ਸੀ, ਜਿਸ ਕਰਕੇ ਸਿੱਖਾਂ ਨੇ ਉਸ ਨੂੰ ਜਿਤਾਉਣ ਵਿੱਚ ਭਾਰੀ ਯੋਗਦਾਨ ਪਾਇਆ ਸੀ। ਉਹ ਜਸਵੰਤ ਸਿੰਘ ਖਾਲੜਾ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰਾਂ ਦੇ ਰੂਬਰੂ ਕਰਨਾ ਚਾਹੁੰਦੀ ਸੀ, ਤਾਂ ਜੋ ਉਹ ਭਾਰਤ ਅੰਦਰ ਸਿੱਖਾਂ ਉੱਤੇ ਢਾਹੇ ਜਾ ਰਹੇ ਅਣਮਨੁੱਖੀ ਜ਼ੁਲਮਾਂ ਬਾਰੇ ਭਾਈ ਖਾਲੜਾ ਦੇ ਮੂੰਹੋਂ ਪ੍ਰਮਾਣਿਕ ਸੱਚਾਈ ਸੁਣ ਸਕਣ। ਉਧਰ ਜਸਵੰਤ ਸਿੰਘ ਵੀ ਉਸ ਵੇਲੇ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਲਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਦੇ ਮਸਲੇ ਨੂੰ ਕੌਮਾਂਤਰੀ ਪੱਧਰ ਤੇ ਉਭਾਰਨ ਲਈ ਕਿਸੇ ਢੁਕਵੇਂ ਮੌਕੇ ਦੀ ਤਲਾਸ਼ ਵਿੱਚ ਸੀ, ਜਿਸ ਕਰਕੇ ਉਹ ਰਣਜੀਤ ਸਿੰਘ ਦੇ ਕਹੇ ਅਨੁਸਾਰ ਬਿਨਾਂ ਢਿੱਲ ਕੀਤੇ ਬੈਗ ਚੁੱਕ ਕੇ ਚੁੱਪ ਚਪੀਤਾ ਦਿੱਲੀ ਕੈਨੇਡੀਅਨ ਦੂਤਾਵਾਸ ਪਹੁੰਚ ਗਿਆ ਸੀ। ਸ੍ਰੀਮਤੀ ਕੋਲੀਨ ਦੀ ਧੜੱਲੇਦਾਰ ਸਿਫਾਰਸ਼ ਸਦਕਾ ਉਸ ਨੂੰ ਆਸਾਨੀ ਨਾਲ ਵੀਜ਼ਾ ਮਿਲ ਗਿਆ ਸੀ ਅਤੇ ਉਹ ਉੱਥੋਂ ਹੀ ਸਿੱਧਾ ਓਟਵਾ ਕੈਨੇਡਾ ਦੀ ਰਾਜਧਾਨੀ ਚਲਾ ਗਿਆ ਸੀ। ਉੱਥੇ ਸਿੱਖ ਹਿਊਮਨ ਰਾਈਟਸ ਗਰੁੱਪ ਕੈਨੇਡਾ ਨੇ 30 ਮਾਰਚ ਦੀ ਸ਼ਾਮ ਨੂੰ ਪਾਰਲੀਮੈਂਟ ਹਿੱਲ ਉੱਪਰ ਸੈਮੀਨਾਰ ਰੱਖਿਆ ਹੋਇਆ ਸੀ, ਜਿਸ ਵਿੱਚ ਜਸਵੰਤ ਸਿੰਘ ਖਾਲੜਾ ਤੋਂ ਇਲਾਵਾ 2 ਹੋਰ ਬੁਲਾਰੇ ਜਸਟਿਸ ਅਜੀਤ ਸਿੰਘ ਬੈਂਸ ਤੇ ਇੰਗਲੈਂਡ ਤੋਂ ਡਾਕਟਰ ਜਸਦੇਵ ਸਿੰਘ ਰਾਏ ਸੱਦੇ ਗਏ ਸਨ। ਸੈਮੀਨਾਰ ਦਾ ਇੰਤਜ਼ਾਮ ਸ੍ਰੀਮਤੀ ਕੋਲੀਨ ਨੇ ਬਤੌਰ ਮੈਂਬਰ ਪਾਰਲੀਮੈਂਟ ਕੀਤਾ ਸੀ। ਜਸਵੰਤ ਸਿੰਘ ਖਾਲੜਾ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜਦੋਂ ਤੱਕ ਉਹ 30 ਮਾਰਚ ਨੂੰ ਓਟਵਾ ਨਹੀਂ ਪਹੁੰਚ ਗਿਆ ਸੀ, ਉਦੋਂ ਤੱਕ ਸੈਮੀਨਾਰ ਬਾਰੇ ਜਾਰੀ ਕੀਤੇ ਗਏ ਕਿਸੇ ਵੀ ਪ੍ਰੈਸ ਬਿਆਨ ਜਾਂ ਸੱਦਾ ਪੱਤਰ ਵਿੱਚ ਉਸ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਸੀ। 30 ਮਾਰਚ ਨੂੰ ਭਾਈ ਖਾਲੜਾ ਦੇ ਓਟਵਾ ਪਹੁੰਚਣ ਤੋਂ ਬਾਅਦ ਹੀ ਸ੍ਰੀਮਤੀ ਕੋਲੀਨ ਬੌਮੀਏ ਨੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਭੇਜੇ ਸੱਦਾ ਪੱਤਰ ਵਿੱਚ ਪਹਿਲੀ ਵਾਰ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕੀਤਾ ਸੀ। ਉਸੇ ਦਿਨ ਪਾਰਲੀਮੈਂਟ ਦੀ ਸਵੇਰ ਦੀ ਬੈਠਕ ਵਿੱਚ ਸ੍ਰੀਮਤੀ ਕੋਲੀਨ ਨੇ ਹੇਠਾਂ ਦਿੱਤੀ ਸੰਖੇਪ ਪਰ ਤਲਵਾਰ ਦੀ ਧਾਰ ਵਰਗੀ ਤਿੱਖੀ ਰਾਜਨੀਤਿਕ ਸਟੇਟਮੈਂਟ ਦਿੱਤੀ ਸੀ। ਸ੍ਰੀਮਾਨ ਸਪੀਕਰ ਜੀਓ, ਮੈਂ ਸਾਰੇ ਮੈਂਬਰਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਉਹ 3 ਉੱਘੇ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਪਾਰਲੀਮੈਂਟ ਹਿੱਲ ਆਉਣ ਤੇ ਸਵਾਗਤ ਕਰਨ ਲਈ ਮੇਰੇ ਨਾਲ ਚੱਲਣ। ਅਜੀਤ ਸਿੰਘ ਬੈਂਸ,
ਜਸਦੇਵ ਸਿੰਘ ਰਾਏ ਤੇ ਜਸਵੰਤ ਸਿੰਘ ਖਾਲੜਾ ਅੱਜ ਬਾਅਦ ਦੁਪਹਿਰ ਪੱਛਮੀ ਬਲਾਕ ਦੇ 209 ਕਮਰੇ ਵਿੱਚ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕਰਨਗੇ। ਭਾਰਤ ਅੰਦਰ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਦਾ ਮਸਲਾ ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਲਈ ਬਹੁਤ ਅਹਿਮ ਹੈ। ਵਪਾਰ ਦੇ ਮੌਕਿਆਂ ਵਿੱਚ ਇਜ਼ਾਫੇ ਰਾਹੀਂ ਭਾਰਤ ਨਾਲ ਕੈਨੇਡਾ ਦੇ ਸ਼ਾਨਦਾਰ ਸਬੰਧਾਂ ਵਿੱਚ ਵਧ ਰਹੀ ਰੁਚੀ ਨੂੰ ਦੇਖਦੇ ਹੋਏ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਮਨੁੱਖੀ ਹੱਕਾਂ ਦੇ ਮਸਲੇ ਨੂੰ ਕਿਤੇ ਭੁਲਾ ਹੀ ਨਾ ਦਈਏ। ਵੱਖ-ਵੱਖ ਕੌਮਾਂਤਰੀ ਜਥੇਬੰਦੀਆਂ ਐਮਨੈਸਟੀ ਇੰਟਰਨੈਸ਼ਨਲ ਤੇ ਏਸ਼ੀਆ ਵਾਚ ਤੋਂ ਲੈ ਕੇ ਯੂਨਾਈਟਿਡ ਸਟੇਟਸ ਦੇ ਸਟੇਟ ਡਿਪਾਰਟਮੈਂਟ ਤੱਕ ਸਾਰਿਆਂ ਮਨੁੱਖੀ ਜ਼ਾਹਰ ਕੀਤੀ ਹੈ। ਇਹ ਬੇਹੱਦ ਜ਼ਰੂਰੀ ਹੈ ਕਿ ਕੈਨੇਡਾ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਭਾਰਤ ਨਾਲ ਆਪਣੇ ਮਜ਼ਬੂਤ ਸਬੰਧਾਂ ਦਾ ਇਸਤ ਸ੍ਰੀ ਅਕਾਲ ਸੱਜਣੋ। ਭਾਈ ਜਸਵੰਤ ਸਿੰਘ ਖਾਲੜਾ ਨੇ ਸੈਮੀਨਾਰ ਵਿੱਚ ਆਪਣੀ ਅੰਗਰੇਜ਼ੀ ਵਿੱਚ ਦਿੱਤੀ ਭਾਵਪੂਰਤ ਸਪੀਚ ਵਿੱਚ ਮੁੱਖ ਤੌਰ ਤੇ ਭਾਰਤ ਅੰਦਰ ਸਿੱਖਾਂ ਉੱਤੇ ਢਾਏ ਜਾ ਰਹੇ ਅਣਮਨੁੱਖੀ ਤੇ ਗੈਰ ਕਾਨੂੰਨੀ ਜ਼ੁਲਮਾਂ ਬਾਰੇ ਠੋਸ ਵੇਰਵੇ ਦਿੱਤੇ ਸਨ। ਉਸ ਨੇ ਦੱਸਿਆ ਸੀ ਕਿ ਕਿਵੇਂ ਪੰਜਾਬ ਵਿੱਚ ਪਿਛਲੇ 3-4 ਸਾਲਾਂ ਦੇ ਦੌਰਾਨ ਪੁਲਿਸ ਨੇ 25,000 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਵਹਿਸ਼ੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪਰ ਉਤੋਂ ਹੋਰ ਜ਼ੁਲਮ ਇਹ ਕੀਤਾ ਹੈ ਕਿ ਪੁਲਿਸ ਨੇ ਕਤਲ ਕੀਤੇ ਵਿਅਕਤੀਆਂ ਦੇ ਮ੍ਰਿਤਕ ਸਰੀਰ ਪਰਿਵਾਰਾਂ ਨੂੰ ਨਹੀਂ ਦਿੱਤੇ। ਉਹਨਾਂ ਨੂੰ ਅਣਪਛਾਤੇ ਤੇ ਲਵਾਰਸ ਕਹਿ ਕੇ ਪਰਿਵਾਰਾਂ ਤੋਂ ਚੋਰੀ ਛੁਪੇ ਸ਼ਹਿਰਾਂ ਦੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤਾ ਗਿਆ, ਜਿਸ ਕਰਕੇ ਹਜ਼ਾਰਾਂ ਪਰਿਵਾਰ ਇਹ ਜਾਣਨ ਲਈ ਦਰ-ਦਰ ਦੀ ਖਾਕ ਛਾਣ ਰਹੇ ਹਨ ਕਿ ਉਹਨਾਂ ਦੇ ਬੱਚੇ ਜਿਉਂਦੇ ਹਨ ਜਾਂ ਮਾਰ ਦਿੱਤੇ ਗਏ ਹਨ। ਭਾਈ ਜਸਵੰਤ ਸਿੰਘ ਨੇ ਦਰਦ ਭਿੱਜੇ ਲਫ਼ਜ਼ਾਂ ਵਿੱਚ ਦੱਸਿਆ ਕਿ ਉਹਨਾਂ ਪਰਿਵਾਰਾਂ ਦਾ ਦੁੱਖ ਦੇਖ ਕੇ ਤੇ ਉਹਨਾਂ ਦੇ ਮੂੰਹੋਂ ਸੁਣ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਉਸ ਨੇ ਸਰੋਤਿਆਂ ਸਾਹਮਣੇ ਠੋਸ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਮਨੁੱਖੀ ਅਧਿਕਾਰ ਵਿੰਗ ਦੇ ਕਾਰਕੁਨਾਂ ਵੱਲੋਂ ਭਾਰੀ ਮੁਸ਼ਕਲਾਂ ਅਤੇ ਖਤਰਿਆਂ ਦਾ ਸਾਹਮਣਾ ਕਰਦੇ ਹੋਏ ਅਣਪਛਾਤੀਆਂ ਤੇ ਲਵਾਰਸ ਕਹਿ ਕੇ ਛਾੜੀਆਂ ਲਾਸ਼ਾਂ ਦੀ ਸਚਾਈ ਉੱਤੇ ਪਾਏ ਭੇਦ ਦੇ ਪਰਦੇ ਦੂਰ ਕਰਨ ਦੀ ਰੌਂਗਟੇ ਖੜੇ ਕਰਨ ਵਾਲੀ ਗਾਥਾ ਬਿਆਨ ਕੀਤੀ। ਉਸ ਨੇ ਦੱਸਿਆ ਕਿ ਜਦੋਂ ਅਸੀਂ ਸ਼ਮਸ਼ਾਨ ਘਾਟਾਂ ਦੇ ਰਜਿਸਟਰਾਂ ਦੀ ਛਾਣਬੀਣ ਕੀਤੀ ਤਾਂ ਸਾਨੂੰ ਇਹ ਦੇਖ ਕੇ ਗਹਿਰਾ ਸਦਮਾ ਪਹੁੰਚਿਆ ਸੀ ਕਿ ਲਾਸ਼ਾਂ ਨੂੰ ਇੱਟਾਂ ਪੱਥਰਾਂ ਵਾਂਗ ਸਟਾਕ ਰਜਿਸਟਰਾਂ ਵਿੱਚ ਦਰਜ ਕੀਤਾ ਹੋਇਆ ਹੈ ਤੇ ਉਤੋਂ ਹੋਰ ਅਨਰਥ ਇਹ ਕੀਤਾ ਗਿਆ ਕਿ ਉਹਨਾਂ ਲਾਸ਼ਾਂ ਦੀਆਂ ਅੰਤਮ ਰਸਮਾਂ ਵੀ ਮਰਜ਼ਾਦਾ ਪੂਰਵਕ ਨਹੀਂ ਕੀਤੀਆਂ ਗਈਆਂ। ਜਿਵੇਂ ਜਿਉਂਦਿਆਂ ਨਾਲ ਗੈਰ ਇਨਸਾਨੀ ਵਰਤਾਓ ਕੀਤਾ ਗਿਆ, ਉਵੇਂ ਮਰਿਆਂ ਨਾਲ ਵੀ ਬਦਸਲੂਕੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਇਨਸਾਨੀ ਤਹਿਜ਼ੀਬ ਦਾ ਰਤੀ ਖਿਆਲ ਨਹੀਂ ਰੱਖਿਆ ਗਿਆ। ਭਾਈ ਜਸਵੰਤ ਸਿੰਘ ਖਾਲੜਾ ਨੇ ਅੰਤ ਵਿੱਚ ਸਰੋਤਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਹਨਾਂ ਅਭਾਗੀਆਂ ਲਾਸ਼ਾਂ ਬਾਰੇ ਸਚਾਈ ਸਾਹਮਣੇ ਲਿਆਉਣ ਲਈ ਕੈਨੇਡੀਅਨ ਸਰਕਾਰ, ਕੈਨੇਡੀਅਨ ਪਾਰਲੀਮੈਂਟ ਤੇ ਕੈਨੇਡੀਅਨ ਲੋਕ ਸਿੱਖਾਂ ਦੀ ਮਦਦ ਕਰਨ ਦਾ ਉਪਰਾਲਾ ਕਰਨ। ਜਸਵੰਤ ਸਿੰਘ ਖਾਲੜਾ ਤੋਂ ਬਾਅਦ ਜਸਟਿਸ ਅਜੀਤ ਸਿੰਘ ਬੈਂਸ ਨੇ ਸੈਮੀਨਾਰ ਵਿੱਚ ਬੋਲਦਿਆਂ ਭਾਰਤ ਵਿੱਚ ਸਿੱਖਾਂ ਨੂੰ ਦਰਪੇਸ਼ ਅਜੋਕੀਆਂ ਮੁਸ਼ਕਲਾਂ ਦਾ ਇਤਿਹਾਸਕ ਪਿਛੋਕੜ ਬਿਆਨ ਕੀਤਾ। ਉਹਨਾਂ ਠੋਸ ਹਵਾਲਿਆਂ ਨਾਲ ਦੱਸਿਆ ਕਿ ਕਿਵੇਂ ਅਮਨ ਪਸੰਦ ਤੇ ਜਮਹੂਰੀ ਸੋਚ ਵਾਲੇ ਸਿੱਖਾਂ ਨੂੰ ਭਾਰਤੀ ਹਕੂਮਤ ਨੇ ਦਹਿਸ਼ਤਗਰਦ ਕਰਾਰ ਦੇ ਕੇ ਸਾਰੀ ਦੁਨੀਆ ਵਿੱਚ ਭੰਡਿਆ ਅਤੇ ਇਸ ਦੀ ਓਟ ਲੈ ਕੇ ਪੰਜਾਬ ਦੀ ਧਰਤੀ ਨੂੰ ਸਿੱਖਾਂ ਦੇ ਖੂਨ ਨਾਲ ਲਹੂ ਲੋਹਾਨ ਕੀਤਾ ਗਿਆ। ਜਸਟਿਸ ਬੈਂਸ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ ਬਹਾਲ ਕਰਨ ਦੀ ਜਿਹੜੀ ਦੁਹਾਈ ਪੁੱਟੀ ਜਾ ਰਹੀ ਹੈ ਉਹ ਅਸਲ ਵਿੱਚ ਕਬਰਾਂ ਦੀ ਸ਼ਾਂਤੀ ਹੈ। ਉਹਨਾਂ ਪੂਰੇ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚ 1 ਲੱਖ ਤੋਂ ਵੱਧ ਸਿੱਖ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਹਨ। ਇਸ ਪੱਧਰ ਦਾ ਜ਼ੁਲਮ ਸਿੱਖਾਂ ਉੱਤੇ ਮੱਧ ਯੁੱਗ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਜਿਸ ਤੋਂ ਭਾਰਤੀ ਰਾਜ ਦਾ ਜਮਹੂਰੀਅਤ ਦੇ ਨਕਾਬ ਹੇਠ ਲੁਕਿਆ ਖੂਨੀ ਚਿਹਰਾ ਸਾਫ਼ ਨਜ਼ਰ ਪੈ ਜਾਂਦਾ ਹੈ। ਭਾਈ ਜਸਵੰਤ ਸਿੰਘ ਖਾਲੜਾ ਤੇ ਜਸਟਿਸ ਅਜੀਤ ਸਿੰਘ ਵੱਲੋਂ ਦਰਸਾਈ ਭਾਰਤ ਅੰਦਰ ਸਿੱਖਾਂ ਦੀ ਦਰਦਵੰਦ ਹਾਲਤ ਬਾਰੇ ਜਾਣਨ ਤੋਂ ਬਾਅਦ ਸਰੋਤੇ ਬੇਹੱਦ ਗੰਭੀਰ ਤੇ ਗਮਗੀਨ ਹੋ ਗਏ ਸਨ। ਪ੍ਰੋਗਰਾਮ ਤੋਂ ਬਾਅਦ ਚਾਹ ਪਾਣੀ ਪੀਂਦਿਆਂ ਸ੍ਰੀਮਤੀ ਕੋਲੀਨ ਤੇ ਕੈਨੇਡੀਅਨ ਪਾਰਲੀਮੈਂਟ ਦੇ ਕੁਝ ਹੋਰ ਗੋਰੇ ਮੈਂਬਰਾਂ ਨੇ ਭਾਈ ਖਾਲੜਾ ਨੂੰ ਅਜਿਹੀ ਡਰਾਉਣੀ ਤੇ ਖਤਰਨਾਕ ਹਾਲਤ ਦੇ ਹੁੰਦਿਆਂ ਭਾਰਤ ਵਾਪਸ ਨਾ ਜਾਣ ਦੀ ਨਸੀਹਤ ਦਿੱਤੀ
ਅਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਵਿੱਚ ਰਾਜਸੀ ਪਨਾਹ ਦੇਣ ਦੀ ਪੇਸ਼ਕਸ਼ ਕਰਦਿਆਂ ਕੈਨੇਡਾ ਵਿੱਚ ਹੀ ਟਿਕੇ ਰਹਿਣ ਲਈ ਕਿਹਾ। ਭਾਈ ਖਾਲੜਾ ਨਾਲ ਇਹ ਭਾਵਨਾਵਾਂ ਕੈਨੇਡਾ ਦੇ ਪੱਕੇ ਵਸਨੀਕ ਬਣੇ ਬਹੁਤ ਸਾਰੇ ਸਿੱਖਾਂ ਨੇ ਵੀ ਸਾਂਝੀਆਂ ਕੀਤੀਆਂ, ਪਰ ਜਸਵੰਤ ਸਿੰਘ ਦਾ ਸਾਰਿਆਂ ਨੂੰ ਇਹੋ ਜਵਾਬ ਸੀ ਕਿ ਇਸ ਨਾਲ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਤਾਂ ਯਕੀਨਨ ਬਚ ਜਾਵੇਗੀ, ਪਰੰਤੂ ਪੰਜਾਬ ਵਿੱਚ ਜ਼ਾਲਮ ਭਾਰਤੀ ਰਾਜ ਦੇ ਵੱਸ ਪਏ ਲੱਖਾਂ ਸਿੱਖ ਪਰਿਵਾਰਾਂ ਤੇ ਉਹਨਾਂ ਦੇ ਮਾਸੂਮ ਬੱਚਿਆਂ ਦਾ ਕੀ ਬਣੇਗਾ? ਉਹਨਾਂ ਦਾ ਵਾਲੀ ਵਾਰਸ ਕੌਣ ਹੈ? ਭਾਈ ਜਸਵੰਤ ਸਿੰਘ ਦੇ ਇਸ ਦਿਲ ਵਿਨਵੇਂ ਸਵਾਲ ਦਾ ਕਿਸੇ ਕੋਲ ਵੀ ਕੋਈ ਉੱਤਰ ਨਹੀਂ ਸੀ। ਖਾਲੜਾ ਦੀ ਇਤਿਹਾਸਕ ਤਕਰੀਰ। ਇਸ ਦੇ 10 ਦਿਨਾਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ 10 ਅਪ੍ਰੈਲ ਨੂੰ ਟੋਰਾਂਟੋ ਵਿਖੇ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ, ਜਿਸ ਨੂੰ ਡਿਕਸੀ ਦੇ ਗੁਰੂ ਘਰ ਵਜੋਂ ਜਾਣਿਆ ਜਾਂਦਾ ਹੈ, ਵਿੱਚ ਰੇਡੀਓ ਅਣਖੀਲਾ ਪੰਜਾਬ ਦੀ ਵਰ੍ਹੇਗੰਢ ਦੇ ਸਬੰਧ ਵਿੱਚ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਇਆ। ਉੱਥੇ ਦੁਪਹਿਰ ਵੇਲੇ ਸੱਜੇ ਦੀਵਾਨ ਵਿੱਚ ਭਾਈ ਖਾਲੜਾ ਨੇ ਸਿੱਖ ਸੰਗਤ ਮੂਹਰੇ ਆਪਣੇ ਦਿਲ ਦੇ ਵਲਵਲੇ ਖੁੱਲ੍ਹ ਕੇ ਪ੍ਰਗਟ ਕੀਤੇ ਸਨ। ਲਗਭਗ ਅੱਧੇ ਘੰਟੇ ਦੀ ਸਪੀਚ ਵਿੱਚ ਉਸਨੇ ਨਾ ਸਿਰਫ ਭਾਰਤ ਅੰਦਰ ਸਿੱਖ ਪੰਥ ਦੀ ਬਾਹਰਮੁਖੀ ਹਾਲਤ, ਅਰਾਜ਼ਸੀ ਗਲਬਾ ਤੇ ਜ਼ੁਲਮੋ ਤਸ਼ੱਦਦ ਦਾ ਭਾਵਪੂਰਤ ਵਰਣਨ ਕੀਤਾ, ਸਗੋਂ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਸਿੱਖ ਕੌਮ ਦੀ ਅੰਤਰਮੁਖੀ ਹਾਲਤ, ਸਿਧਾਂਤਕ ਸੋਚ ਤੇ ਅਮਲੀ ਵਿਹਾਰ ਬਾਰੇ ਵੀ ਸੰਕੇਤਕ ਰੂਪ ਵਿੱਚ ਆਪਣੀਆਂ ਕੁਝ ਪੜਚੋਲਵੀਆਂ ਤੇ ਵਡਮੁੱਲੀਆਂ ਰਾਵਾਂ ਪ੍ਰਗਟ ਕੀਤੀਆਂ ਸਨ। ਉਸ ਨੇ ਸਿੱਖਾਂ ਦੇ ਮਸਲੇ ਨੂੰ ਭਾਵੇਂ ਸੰਖੇਪ ਵਿੱਚ ਹੀ ਸਮੁੱਚੇ ਸੰਸਾਰ ਅੰਦਰ ਵਾਪਰ ਰਹੇ ਦਾਰਸ਼ਨਿਕ, ਵਿਚਾਰਧਾਰਕ ਤੇ ਰਾਜਨੀਤਿਕ ਵਰਤਾਰਿਆਂ ਦੇ ਵਡੇਰੇ ਪ੍ਰਸੰਗ ਵਿੱਚ ਰੱਖ ਕੇ ਪੇਸ਼ ਕਰਨ ਦਾ ਯਤਨ ਕੀਤਾ ਸੀ। ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੇ ਉਸ ਤੋਂ ਬਾਅਦ ਵਾਪਰੇ ਸੰਸਾਰ ਵਿਆਪੀ ਵਰਤਾਰਿਆਂ ਅਤੇ ਸਿੱਖ ਕੌਮ ਦੁਆਰਾ ਹੰਢਾਏ ਹਾਂ ਪੱਖੀ ਤੇ ਨਾ ਪੱਖੀ ਦੋਨਾਂ ਕਿਸਮਾਂ ਦੇ ਅਨੁਭਵਾਂ ਦੀ ਰੌਸ਼ਨੀ ਵਿੱਚ ਉਸ ਦੀ ਇਹ ਸਪੀਚ ਇਤਿਹਾਸਕ ਹੋ ਨਿਬੜੀ ਹੈ। ਇਸ ਨਾਲ ਸਿੱਖ ਜਗਤ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਦੀ ਨਿਵੇਕਲੀ ਪਛਾਣ ਸਥਾਪਿਤ ਹੋਈ ਹੈ। ਭਾਈ ਖਾਲੜਾ ਨੇ ਆਪਣੀ ਸਪੀਚ ਇੱਕ ਲਘੂ ਕਥਾ ਨਾਲ ਸ਼ੁਰੂ ਕੀਤੀ ਸੀ, ਜਿਸ ਵਿੱਚ ਸੂਰਜ ਦੇ ਪਹਿਲੀ ਵਾਰ ਅਸਤ ਹੋਣ ਬਾਰੇ ਚਾਰੇ ਪਾਸੇ ਪਸਰ ਰਹੇ ਹਨੇਰੇ ਨੂੰ ਦੇਖ ਕੇ ਲੋਕਾਂ ਵਿੱਚ ਡਰ ਤੇ ਘਬਰਾਹਟ ਦਾ ਚਿਤਰਨ ਕੀਤਾ ਗਿਆ ਸੀ, ਅਤੇ ਫਿਰ ਅਚਾਨਕ ਇੱਕ ਕੁੱਲੀ ਵਿੱਚ ਜਗਮਗਾ ਉੱਠੇ ਛੋਟੇ ਜਿਹੇ ਦੀਪਕ ਵੱਲੋਂ ਚਾਰੇ ਪਾਸੇ ਪਸਰ ਰਹੇ ਹਨੇਰੇ ਦਾ ਟਾਕਰਾ ਕਰਨ ਦੀ ਜ਼ਰੂਰਤਮੰਦ ਕੋਸ਼ਿਸ਼ ਦਰਸਾਈ ਗਈ ਸੀ। ਵੇਂਦਿਆਂ ਹੀ ਵੇਂਦਿਆਂ ਹੋਰ ਹਜ਼ਾਰਾਂ ਦੀਪਕ ਜਗਮਗਾਉਣ ਲੱਗੇ ਸਨ ਅਤੇ ਉਹਨਾਂ ਨੇ ਚਾਰੇ ਪਾਸੇ ਚਾਨਣ ਫੈਲਾ ਕੇ ਲੋਕਾਂ ਦੇ ਦਿਲਾਂ 'ਚੋਂ ਹਨੇਰੇ ਦਾ ਦਹਿਲ ਦੂਰ ਕਰ ਦਿੱਤਾ ਸੀ, ਜਿਸ ਦੇ ਮੂਹਰੇ ਹਨੇਰੇ ਨੇ ਹਾਰ ਮੰਨ ਲਈ ਸੀ ਤੇ ਸੂਰਜ ਦਾ ਹੰਕਾਰ ਚਕਨਾਚੂਰ ਹੋ ਗਿਆ ਸੀ। ਭਾਈ ਜਸਵੰਤ ਸਿੰਘ ਨੇ ਸੂਰਜ ਤੇ ਦੀਪਕ ਦੇ ਰੂਪਕਾਂ ਦੇ ਜ਼ਰੀਏ ਸਿੱਖ ਸੰਗਤ ਨੂੰ ਜ਼ੁਲਮਾਂ ਦੇ ਹਨੇਰੇ ਤੋਂ ਭੈ ਭੀਤ ਨਾ ਹੋਣ ਅਤੇ ਇਸ ਦਾ ਟਾਕਰਾ ਕਰਨ ਲਈ ਹਮੇਸ਼ਾ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਰਹਿਣ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਸੀ, ਕਿਉਂਕਿ ਇਸ ਤੋਂ ਅੱਗੇ ਉਸਨੇ ਪੰਜਾਬ ਅੰਦਰ ਭਾਰਤੀ ਰਾਜ ਵੱਲੋਂ ਸਿੱਖ ਪੰਥ ਉੱਤੇ ਢਾਏ ਜਾ ਰਹੇ ਵਹਿਸ਼ੀ ਜ਼ੁਲਮਾਂ ਦੀ ਜਿਹੜੀ ਦਰਦਨਾਕ ਕਥਾ ਬਿਆਨ ਕਰਨੀ ਸੀ, ਉਸ ਦੇ ਵਾਸਤੇ ਸੰਗਤ ਨੂੰ ਪਹਿਲਾਂ ਮਾਨਸਿਕ ਤੌਰ ਤੇ ਤਿਆਰ ਕਰਨਾ ਜ਼ਰੂਰੀ ਸੀ। ਭਾਵ ਸਿੱਖ ਹਿਰਦਿਆਂ ਅੰਦਰ ਜ਼ੁਲਮਾਂ ਦੇ ਹਨੇਰੇ ਨੂੰ ਚੈਲੰਜ ਕਰਨ ਦਾ ਜੁਝਾਰੂ ਜਜ਼ਬਾ ਭਰਨਾ ਜ਼ਰੂਰੀ ਸੀ। ਭਾਈ ਜਸਵੰਤ ਸਿੰਘ ਨੇ ਸੰਗਤ ਨੂੰ ਵਿਸਥਾਰ ਵਿੱਚ ਦੱਸਿਆ ਕਿ ਪੰਜਾਬ ਅੰਦਰ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਤਸੀਹੇ ਦੇਣ ਬਾਅਦ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਤੇ ਲਵਾਰਸ ਕਹਿ ਕੇ ਸ਼ਹਿਰਾਂ ਦੀਆਂ ਮੜੀਆਂ ਵਿੱਚ ਸਾੜ ਦੇਣ ਉਪਰੰਤ ਪੁਲਿਸ ਦੇ ਅਫਸਰਾਂ ਵੱਲੋਂ ਆਪਣੇ ਘਿਨਾਉਣੇ ਜ਼ੁਲਮਾਂ ਤੋਂ ਮੁਨਕਰ ਹੋ ਜਾਣ ਦੀ ਬੇਹਯਾਈ ਕੀਤੀ ਗਈ। ਪੁਲਿਸ ਨੌਜਵਾਨ ਮੁੰਡਿਆਂ ਨੂੰ ਦਿਨ ਦਿਹਾੜੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਘਰਾਂ ਤੋਂ ਚੁੱਕ ਕੇ ਲੈ ਜਾਂਦੀ ਸੀ। ਉਸ ਤੋਂ ਬਾਅਦ ਉਹਨਾਂ ਨਾਲ ਕੀ ਬੀਤੀ ਸੀ, ਇਸ ਬਾਰੇ ਪਰਿਵਾਰਾਂ ਨੂੰ ਪੂਰੇ ਹਨੇਰੇ ਵਿੱਚ ਰੱਖਿਆ ਜਾਂਦਾ ਸੀ। ਹਜ਼ਾਰਾਂ ਮਾਪੇ ਆਪਣੇ ਪੁੱਤਰਾਂ ਦੇ ਘਰ ਮੁੜਨ ਦੀ ਉਡੀਕ ਵਿੱਚ ਬੇਚੈਨ ਹੋਏ ਦਰ-ਦਰ ਭਟਕਦੇ ਫਿਰਦੇ ਸਨ। ਇਹਨਾਂ ਬਦਨਸੀਬ ਮਾਪਿਆਂ ਦੀ ਲਾਚਾਰੀ ਜਸਵੰਤ ਸਿੰਘ ਨੇ ਇਹਨਾਂ ਦਰਦ ਵਿੰਨਵੇਂ ਲਫ਼ਜ਼ਾਂ ਵਿੱਚ ਬਿਆਨ ਕੀਤੀ। ਅਸੀਂ ਦੇਖਿਆ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਭੈਣਾਂ ਦੇ ਹੱਥਾਂ ਵਿੱਚ ਫੜੀਆਂ ਰੱਖੜੀਆਂ ਵੀਰਾਂ ਨੂੰ ਉਡੀਕ ਰਹੀਆਂ ਨੇ। ਜਿਨ੍ਹਾਂ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਦੇਖੀਆਂ ਸਨ, ਉਹ ਸਾਡੇ ਤੇ ਸਵਾਲ ਕਰ ਰਹੀਆਂ ਸਨ ਕਿ ਇਹਨਾਂ ਤਾਂ ਪਤਾ ਕਰ ਦਿਓ
ਕਿ ਸਾਡੇ ਜਾਏ ਜਿਉਂਦੇ ਹਨ ਜਾਂ ਮਾਰ ਦਿੱਤੇ ਗਏ ਹਨ, ਤਾਂ ਕਿ ਅਸੀਂ ਉਹਨਾਂ ਦੀਆਂ ਅੰਤਮ ਰਸਮਾਂ ਤਾਂ ਕਰ ਲਈਏ। ਦੂਜੇ ਪਾਸੇ ਪੰਜਾਬ ਪੁਲਿਸ ਦਾ ਮੁਖੀ KPS ਗਿੱਲ ਪੂਰੀ ਬੇਸ਼ਰਮੀ ਨਾਲ ਇਹ ਝੂਠ ਬੋਲ ਰਿਹਾ ਸੀ ਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਪੁਲਿਸ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਨੇ ਪਿੰਡਾਂ 'ਚੋਂ ਮੁੰਡਿਆਂ ਨੂੰ ਚੁੱਕ ਕੇ ਲਾਪਤਾ ਕਰ ਦਿੱਤਾ ਹੈ, ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਸੱਚਾਈ ਇਹ ਹੈ ਕਿ ਪੁਲਿਸ ਵੱਲੋਂ ਲਾਪਤਾ ਕੀਤੇ ਦੱਸੇ ਜਾਂਦੇ ਮੁੰਡੇ ਅਸਲ ਵਿੱਚ ਆਪਣੇ ਮਾਪਿਆਂ ਦੀ ਰਾਏ ਨਾਲ ਹੀ ਬਾਹਰਲੇ ਮੁਲਕਾਂ ਵਿੱਚ ਚਲੇ ਗਏ ਹਨ ਅਤੇ ਉੱਥੇ ਦਿਹਾੜੀਆਂ ਕਰਕੇ ਮਣਾ ਮੂੰਹੀ ਪੈਸਾ ਕਮਾ ਰਹੇ ਹਨ। ਭਾਈ ਖਾਲੜਾ ਨੇ ਕਿਹਾ ਕਿ KPS ਗਿੱਲ ਦਾ ਇਹ ਬਿਆਨ ਸਾਡੇ ਲਈ ਇੱਕ ਚੁਣੌਤੀ ਸੀ ਕਿ ਅਸੀਂ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਅਸੀਂ ਇੱਕ ਮੁਹਿੰਮ ਵਿੱਢੀ, ਜਿਸ ਵਿੱਚ ਸਾਨੂੰ ਅਨੇਕਾਂ ਮੁਸ਼ਕਲਾਂ ਤੇ ਖਤਰਿਆਂ ਦਾ ਸਾਹਮਣਾ ਕਰਨਾ ਪਿਆ। ਭਾਈ ਜਸਵੰਤ ਸਿੰਘ ਖਾਲੜਾ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ ਅਸੀਂ ਉੱਥੇ ਗਏ ਜਿੱਥੇ ਸਾਡੇ ਭਰਾ ਚਲੇ ਗਏ ਸਨ। ਅਸੀਂ ਮੜੀਆਂ 'ਚ ਗਏ। ਮੜੀਆਂ 'ਚ ਜਾ ਕੇ ਉਹਨਾਂ ਜਿਹੜੀ ਸੱਚਾਈ ਲੱਭੀ ਉਹ ਦਰਦਨਾਕ ਸੀ। ਮੜੀਆਂ ਦੇ ਰਜਿਸਟਰਾਂ ਵਿੱਚ ਅਣਪਛਾਤੇ ਕਹਿ ਕੇ ਸਾੜ ਦਿੱਤੇ ਗਏ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਵਿੱਚ ਜਸਵੰਤ ਸਿੰਘ ਦੇ ਕੁਝ ਬਹੁਤ ਹੀ ਪਿਆਰੇ ਦੋਸਤਾਂ ਦੇ ਨਾਂ ਵੀ ਸ਼ਾਮਲ ਸਨ। ਇਸ ਸਿਲਸਿਲੇ ਵਿੱਚ ਜਸਵੰਤ ਸਿੰਘ ਨੇ ਜਦੋਂ ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦਾ ਨਾਂ ਲਿਆ ਤਾਂ ਉਸ ਦਾ ਗੱਚ ਭਰ ਆਇਆ ਸੀ। ਉਸ ਨੂੰ ਅੱਗੇ ਬੋਲਣ ਤੋਂ ਪਹਿਲਾਂ ਕੁਝ ਪਲਾਂ ਲਈ ਰੁਕਣਾ ਪੈ ਗਿਆ ਸੀ। ਭਾਈ ਖਾਲੜਾ ਨੂੰ ਲੋਕਾਂ ਦੇ ਸਰੂ ਵਰਗੇ ਪੁੱਤਾਂ ਨੂੰ ਮਾਰੇ ਜਾਣ ਦਾ ਜੋ ਦੁੱਖ ਹੋਇਆ ਉਹ ਤਾਂ ਹੋਇਆ, ਉਸ ਨੂੰ ਇਸ ਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੋਇਆ ਸੀ ਕਿ ਲੋਕ ਆਪਣੇ ਪੁੱਤਾਂ ਦਾ ਆਪਣੇ ਹੱਥੀਂ ਸੰਸਕਾਰ ਨਹੀਂ ਕਰ ਸਕੇ ਸਨ। ਭਾਈ ਖਾਲੜਾ ਨੂੰ ਸਾਡੇ ਸੱਭਿਆਚਾਰ ਵਿੱਚ ਸਦੀਆਂ ਤੋਂ ਪ੍ਰਚਲਿਤ ਇਸ ਮਰਜ਼ਾਦਾ ਦੀ ਅਹਿਮੀਅਤ ਦਾ ਬਹੁਤ ਡੂੰਘਾ ਅਹਿਸਾਸ ਸੀ, ਜਿਸ ਦਾ ਪ੍ਰਗਟਾਵਾ ਉਹਨਾਂ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਸੀ। ਅਸੀਂ ਪੁੱਤ ਮੰਗਦੇ ਹਾਂ ਸਤਿਗੁਰੂ ਅੱਗੇ ਅਰਦਾਸ ਕਰਕੇ। ਅਸੀਂ ਆਪਣੇ ਪੁੱਤਾਂ ਨੂੰ ਤੋਰਦੇ ਹਾਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪਣੇ ਚਰਨਾਂ ਨਾਲ ਲਾ ਲੈਣ। ਭਾਈ ਜਸਵੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਉਹ ਮੜੀਆਂ ਵਿੱਚੋਂ ਪ੍ਰਾਪਤ ਹੋਏ ਠੋਸ ਤੱਥ ਅਣਪਛਾਤੇ ਕਹਿ ਕੇ ਸਾੜੇ ਗਏ ਵਿਅਕਤੀਆਂ ਦੇ ਨਾਵਾਂ ਦੀਆਂ ਸੂਚੀਆਂ ਲੈ ਕੇ ਹਾਈ ਕੋਰਟ ਵਿੱਚ ਗਏ ਅਤੇ ਇਸ ਬਾਰੇ ਲੋਕ ਹਿੱਤ ਪਟੀਸ਼ਨ PIL ਪਾਉਣੀ ਚਾਹੀ, ਤਾਂ ਹਾਈ ਕੋਰਟ ਨੇ ਸਾਡੀ ਬੇਨਤੀ ਇਹ ਕਹਿ ਕੇ ਠੁਕਰਾ ਦਿੱਤੀ ਕਿ ਪਟੀਸ਼ਨ ਪਾਉਣ ਦਾ ਅਧਿਕਾਰ ਸਿਰਫ ਪੀੜਤ ਪਰਿਵਾਰਾਂ ਕੋਲ ਹੀ ਹੈ, ਤੁਸੀਂ ਇਸ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ। ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਹੁੰਦੀ ਹੈ ਤੇ ਅਸੀਂ ਸਭ ਤੋਂ ਵੱਡੀ ਕਚਹਿਰੀ 'ਚ ਦੁਨੀਆ ਪੱਧਰ ਤੇ ਜਾਣਾ ਚਾਹੁੰਦੇ ਹਾਂ, ਕਿਉਂਕਿ ਇਹ ਮਸਲਾ ਇੱਕ ਕੌਮ ਦਾ ਨਹੀਂ, ਨਿਰਾ ਪੀੜਤ ਵਿਅਕਤੀਆਂ ਦਾ ਵੀ ਨਹੀਂ ਹੈ, ਇਹ ਸਮੁੱਚੀ ਮਾਨਵਤਾ ਦਾ ਮਸਲਾ ਹੈ। ਇਸ ਕਰਕੇ ਅਸੀਂ ਦੁਨੀਆ ਪੱਧਰ ਤੇ ਲੋਕਾਂ ਦੀ ਕਚਹਿਰੀ ਵਿੱਚ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਕਿ ਦੁਨੀਆ ਵਾਲਿਓ, ਤੁਸੀਂ ਸਾਨੂੰ ਅੱਤਵਾਦੀ ਆਖਿਆ, ਤੁਸੀਂ ਸਾਨੂੰ ਫਿਰਕਾ ਪ੍ਰਸਤ ਆਖਿਆ ਅਤੇ ਜਿਨ੍ਹਾਂ ਨੂੰ ਤੁਸੀਂ ਅਮਨ ਪਸੰਦ ਕਿਹਾ, ਜਮਹੂਰੀਅਤ ਦੇ ਪੈਗੰਬਰ ਕਿਹਾ, ਉਹਨਾਂ ਦੀ ਤੁਸੀਂ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਅੱਤਵਾਦੀ ਕੌਣ ਹੈ ਤੇ ਸੱਤਵਾਦੀ ਕੌਣ ਹੈ। ਸ਼ਹਾਦਤ ਦੀ ਦਾਤ। ਭਾਈ ਜਸਵੰਤ ਸਿੰਘ ਨੇ ਸੰਗਤ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਗੁਰੂ ਕੋਲ ਬੜੀਆਂ ਦਾਤਾਂ ਨੇ, ਪਰ ਸਭ ਤੋਂ ਵੱਡੀ ਦਾਤ ਪਤਾ ਇਹ ਕਿਹੜੀ ਹੈ? ਦੁੱਧ ਦੀ ਨਹੀਂ, ਪੁੱਤ ਦੀ ਨਹੀਂ, ਇੱਕ ਵਿਸ਼ੇਸ਼ ਦਾਤ ਜਿਹੜਾ ਮਰਜ਼ੀ ਸਿੱਖ ਲੈ ਸਕਦਾ ਹੈ, ਉਹ ਹੈ ਸ਼ਹਾਦਤ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ ਉਹ ਗੁਰੂ ਤਾਂ ਨਹੀਂ ਬਣਦੇ, ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ ਨੇ। ਸਤਿਗੁਰੂ ਤੋਂ ਲੈਣਾ ਹੀ ਨਾ ਸਿੱਖੋ, ਸਤਿਗੁਰੂ ਤੋਂ ਜੋ ਤੁਹਾਨੂੰ ਹਦਾਇਤ ਹੋਈ ਹੈ ਉਸ ਨੂੰ ਪੂਰੀ ਕਰਨਾ ਸਿੱਖੋ। ਸਭ ਕੁਝ ਇਹਦੇ ਵਿੱਚ ਆ ਜਾਊਗਾ, ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਭਾਈ ਖਾਲੜਾ ਨੇ ਸੰਗਤ ਨੂੰ ਯਾਦ ਕਰਾਇਆ ਕਿ ਖਾਲਸਾ ਦੁਨੀਆ ਦੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਾਜਿਆ ਗਿਆ ਸੀ, ਪਰ ਅੱਜ ਜੇਕਰ ਅਸੀਂ ਆਪਣੇ ਹੀ ਹੱਕਾਂ ਦੀ ਰਾਖੀ ਨਾ ਕਰ ਸਕੇ ਤਾਂ ਕਿਸੇ ਹੋਰ ਦਾ ਕੀ ਸਵਾਰ ਦੇਵਾਂਗੇ। ਇਸ ਕਰਕੇ ਗੁਰੂ ਪਾਸ ਅਰਦਾਸ ਕਰੋ ਕਿ ਸਾਨੂੰ ਜਿਸ ਕੰਮ ਲਈ ਸਾਜਿਆ ਗਿਆ ਸੀ ਉਸ ਉੱਤੇ ਕਾਇਮ ਰਹੀਏ। ਭਾਈ ਖਾਲੜਾ ਨੇ ਇੱਕ ਢੰਗ ਨਾਲ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਨਿਹੋਰਾ ਦਿੰਦਿਆਂ ਕਿਹਾ ਸੀ ਕਿ ਤੁਸੀਂ ਆਪਣੇ ਧੀਆਂ ਪੁੱਤਾਂ ਦੀ ਸ਼ਾਦੀ ਕਰਨ ਲਈ ਪੰਜਾਬ ਜਾਂਦੇ ਹੋ, ਤੁਸੀਂ ਉੱਥੇ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫਿਕੇਟ ਲੈਣ ਲਈ ਕਚਹਿਰੀ ਜਾਂਦੇ ਹੋ
ਤਾਂ ਤੁਸੀਂ ਹਿੰਦੂ ਮੈਰਿਜ ਐਕਟ ਮੁਤਾਬਕ ਸਰਟੀਫਿਕੇਟ ਹਾਸਲ ਕਰਕੇ ਉਸ ਨੂੰ ਕੱਛ 'ਚ ਲੈ ਕੇ ਤੁਰ ਆਉਂਦੇ ਹੋ। ਤੁਸੀਂ ਉੱਥੇ ਜਾ ਕੇ ਹਿੰਦੂ ਵਿਰਾਸਤ ਐਕਟ ਮੁਤਾਬਕ ਆਪਣੇ ਬਾਪ ਦੀ ਜ਼ਮੀਨ ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹੋ। ਇਸ ਤਰੀਕੇ ਨਾਲ ਤੁਹਾਨੂੰ ਅਨੇਕਾਂ ਢੰਗਾਂ ਨਾਲ ਆਪਣੇ ਆਪ ਨੂੰ ਹਿੰਦੂ ਐਲਾਨਣਾ ਪੈਂਦਾ ਹੈ। ਇਹ ਕੁਝ ਗੱਲਾਂ ਤੁਹਾਡੇ ਨਾਲ ਸੰਬੰਧਿਤ ਹਨ। ਇਸੇ ਹੀ ਤਰ੍ਹਾਂ ਉੱਥੇ ਸਾਡੇ ਨਾਲ ਸੰਬੰਧਿਤ ਗੱਲਾਂ ਵੀ ਹਨ। ਪਰ ਆਪਾਂ ਕਿਤੇ ਵੀ ਰਹਿੰਦੇ ਹੋਈਏ, ਦੁਨੀਆ ਨੂੰ ਸਾਡਾ ਇਹ ਦੱਸਣਾ ਬਣਦਾ ਕਿ ਸਾਡੇ ਤਾਂ ਪਰਿਵਾਰ ਵੀ ਗਵਰਨ ਹੁੰਦੇ ਨੇ ਹਿੰਦੂ ਐਕਟ ਜ਼ਰੀਏ। ਸਾਡੇ ਧਾਰਮਿਕ ਅਦਾਰੇ ਵੀ ਗਵਰਨ ਹੁੰਦੇ ਨੇ ਹਿੰਦੂ ਐਕਟ ਰਾਹੀਂ। ਤੁਸੀਂ ਸਤਿਗੁਰ ਤੋਂ ਬਹੁਤ ਕੁਝ ਮੰਗਦੇ ਹੋ, ਦੁੱਧ ਮੰਗਦੇ ਹੋ, ਪੁੱਤ ਮੰਗਦੇ ਹੋ, ਖੁਸ਼ੀਆਂ ਮੰਗਦੇ ਹੋ। ਸਤਿਗੁਰੂ ਤੁਹਾਨੂੰ ਸਭ ਕੁਝ ਦਿੰਦਾ, ਪਰ ਗੁਰੂ ਵੀ ਤੁਹਾਡੇ ਕੋਲੋਂ ਇੱਕ ਗੱਲ ਮੰਗਦਾ ਹੈ ਕਿ ਅਖਵਾਓ ਤਾਂ ਗੁਰੂ ਦੇ ਸਿੱਖ। ਪਰ ਇਹ ਅਖਵਾਉਣ ਦੇ ਅਧਿਕਾਰ ਲਈ ਤੁਸੀਂ ਕੀ ਕਰਦੇ ਹੋ? ਆਧੁਨਿਕ ਮਾਡਰਨ ਜ਼ਮਾਨੇ ਦੇ ਸਨਮੁਖ ਸਿੱਖ ਧਰਮ ਦੀ ਵਿਲੱਖਣਤਾ ਤੇ ਮਹੱਤਤਾ। ਅਖੀਰ ਵਿੱਚ ਜਾ ਕੇ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਧਰਮ ਦੀ ਆਧੁਨਿਕ ਰਾਜਾਂ ਤੇ ਸਮਾਜਾਂ ਨਾਲ ਤੁਲਨਾ ਕਰਨ ਦਾ ਸਭ ਨਾਲੋਂ ਅਹਿਮ ਸਿਧਾਂਤਕ ਨੁਕਤਾ ਛੋਹਿਆ ਸੀ। ਉਸ ਨੇ ਇਤਿਹਾਸ ਉੱਤੇ ਲੰਬੀ ਨਜ਼ਰ ਮਾਰਦਿਆਂ ਦੱਸਿਆ ਸੀ ਕਿ ਇਤਿਹਾਸ ਅੰਦਰ ਰਾਜ ਬਣਦੇ ਰਹੇ, ਰਾਜ ਟੁੱਟਦੇ ਰਹੇ, ਲੇਕਿਨ ਦੁਨੀਆ ਦੇ ਉੱਤੇ ਜੋ ਸਿੱਖ ਧਰਮ ਆਇਆ ਹੈ, ਜੇ ਉਹ ਸਤਿਗੁਰਾਂ ਦੇ ਦਿਖਾਏ ਰਸਤੇ ਤੇ ਚੱਲਿਆ ਤਾਂ ਨਾ ਉਹ ਟੁੱਟਿਆ, ਨਾ ਉਸ ਦੀ ਕਿਸੇ ਨੇ ਥਾਂ ਲਈ ਹੈ। ਤਾਂ ਸਿੱਖ ਧਰਮ ਦੁਨੀਆ ਦੇ ਸਾਹਮਣੇ ਅੱਜ ਮਨੁੱਖੀ ਅਧਿਕਾਰਾਂ ਦਾ ਵੀ ਇੱਕ ਨਮੂਨਾ ਪੇਸ਼ ਕਰੇਗਾ। ਕਈ ਕਹਿੰਦੇ ਹਨ ਕਿ ਧਰਮ ਦੇ ਆਧਾਰ ਤੇ ਖੜ ਕੇ ਰਾਜਨੀਤਿਕ ਮੰਗਾਂ ਕਰਨੀਆਂ ਜਮਹੂਰੀਅਤ ਦੇ ਸਿਧਾਂਤ ਦੇ ਉਲਟ ਹੈ। ਭਾਈ ਖਾਲੜਾ ਨੇ ਇਸ ਧਾਰਨਾ ਦੀ ਪੈੜ ਕੱਢਦਿਆਂ ਦੱਸਿਆ ਕਿ ਜਦੋਂ ਪੱਛਮੀ ਮੁਲਕਾਂ ਅੰਦਰ ਸੰਤੀ ਤਕਨੀਕ ਤੇ ਵਿਕਾਸ ਨਾਲ ਰਾਜ ਦੇ ਨਵੇਂ ਮਾਡਲ ਖੜੇ ਕੀਤੇ ਗਏ, ਜਦੋਂ ਵੋਟਾਂ ਨਾਲ ਰਾਜ ਬਣਾਉਣ ਦੀ ਰੀਤ ਪ੍ਰਚਲਿਤ ਹੋਈ, ਜਿਹਨੂੰ ਤੁਸੀਂ ਜਮਹੂਰੀਅਤ ਕਹਿੰਦੇ ਹੋ, ਤਾਂ ਠੀਕ ਉਸੇ ਸਮੇਂ ਦਸਮ ਪਾਤਸ਼ਾਹ ਨੇ ਸਮਾਜ ਸਿਰਜਣ ਲਈ, ਇੱਕ ਨਵਾਂ ਰਾਜ ਸਿਰਜਣ ਲਈ ਇੱਕ ਸਿਧਾਂਤ ਦਿੱਤਾ। ਜਮਹੂਰੀਅਤ ਵੀ ਦਿੱਤੀ, ਪਰ ਉੱਤੇ ਧਰਮ ਦਾ ਕੁੰਡਾ ਦਿੱਤਾ। ਦਸ਼ਮੇਸ਼ ਪਿਤਾ ਦੇ ਪੈਰੋਕਾਰ ਦੁਨੀਆ ਦੀ ਸਟੇਜ ਤੇ ਆਪਣੇ ਫਲਸਫੇ ਨੂੰ ਚਾਹੇ ਇੰਨੇ ਜ਼ੋਰ ਨਾਲ ਨਹੀਂ ਰੱਖ ਸਕੇ, ਪਰ ਉਸੇ ਸਮੇਂ ਦੋ ਫਲਸਫੇ ਦੁਨੀਆ ਵਿੱਚ ਹੋਰ ਪੈਦਾ ਹੋਏ ਜਿਹੜੇ ਇਹਨਾਂ 3 ਸਦੀਆਂ ਤੱਕ ਚੱਲੇ ਨੇ। ਇੱਕ ਮਾਰਕਸੀ ਫਲਸਫਾ ਜਿਹੜਾ ਪਦਾਰਥਵਾਦ ਉੱਤੇ ਖਲੋ ਕੇ ਜਮਾਤ ਰਹਿਤ ਸਮਾਜ ਸਿਰਜਣ ਦੀ ਗੱਲ ਕਰਦਾ ਹੈ। ਦੂਜਾ ਖੁੱਲੀ ਮੰਡੀ ਵਾਲਾ ਪੂੰਜੀਵਾਦ ਫਲਸਫਾ ਜਿਹੜਾ ਪਦਾਰਥਕ ਖੁਸ਼ਹਾਲੀ ਵਾਸਤੇ ਰਾਜ ਸਿਰਜਣ ਦੀ ਗੱਲ ਕਰਦਾ ਸੀ। ਦੋਨੋਂ ਫਲਸਫੇ ਕਹਿੰਦੇ ਸੀ ਧਰਮ ਤੇ ਰਾਜਨੀਤੀ ਅਲੱਗ ਹੋਣੇ ਚਾਹੀਦੇ ਹਨ। ਦੋਨੋਂ ਦੁਨੀਆ ਵਿੱਚ ਫੇਲ ਹੋਏ ਹਨ। ਮਾਰਕਸਵਾਦ ਬੁਰੀ ਤਰ੍ਹਾਂ ਫੇਲ ਹੋਇਆ ਹੈ ਤੇ ਉਸ ਦੇ ਮੁਕਾਬਲੇ ਤੇ ਖੁੱਲੀ ਮੰਡੀ ਵਾਲਾ ਧਰਮ ਰਹਿਤ ਪੂੰਜੀਵਾਦ ਸਾਰੀਆਂ ਬਿਮਾਰੀਆਂ ਦੀ ਜੜ ਬਣ ਕੇ ਸਾਰੇ ਪੱਛਮੀ ਜਗਤ ਨੂੰ ਚੰਬੜ ਗਿਆ। ਇਸ ਧਰਮ ਰਹਿਤ ਸਮਾਜ ਤੇ ਧਰਮ ਰਹਿਤ ਰਾਜ ਦੇ ਫਲਸਫੇ ਨੇ ਅੱਜ ਮਨੁੱਖੀ ਸਮਾਜ ਦੀ ਬੁਨਿਆਦੀ ਇਕਾਈ ਪਰਿਵਾਰ ਨੂੰ ਵੀ ਤੋੜ ਦਿੱਤਾ, ਸਮਾਜਿਕ ਸੰਬੰਧਾਂ ਨੂੰ ਤੋੜ ਕੇ ਰੱਖ ਦਿੱਤਾ। ਪੱਛਮ ਦੇ ਵਿਦਵਾਨ ਤੇ ਰਾਜਨੀਤੀਵਾਨ ਹੁਣ ਇਹ ਗੱਲ ਮੰਨਣ ਲੱਗ ਪਏ ਨੇ ਕਿ ਇਹ ਪ੍ਰਣਾਲੀ ਵੀ ਠੀਕ ਨਹੀਂ ਚੱਲ ਰਹੀ। ਇਹ ਪ੍ਰਣਾਲੀ ਇਸ ਕਰਕੇ ਠੀਕ ਨਹੀਂ ਚੱਲ ਰਹੀ ਸੀ ਕਿ ਰਾਜਨੀਤੀ ਵਿੱਚ ਨੈਤਿਕਤਾ, ਸਦਾਚਾਰ ਨਹੀਂ ਰਹੀ। ਖੁੱਲੇ ਮੁਕਾਬਲੇ ਵਿੱਚ ਸਮਾਜ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਰਹੀ। ਸਮਾਜਿਕ ਜ਼ਿੰਦਗੀ ਦੇ ਵਿੱਚ ਆਪਸੀ ਪ੍ਰੇਮ ਭਾਵ ਨਹੀਂ ਰਿਹਾ। ਅੱਜ ਭਰਾਵੋ, ਦੁਨੀਆ ਦੇ ਏਜੰਡੇ ਤੇ ਇਹ ਸਵਾਲ ਹੈ ਕਿ 21ਵੀਂ ਸਦੀ ਦੀ ਰਾਜਨੀਤਿਕ ਪ੍ਰਣਾਲੀ ਕੀ ਹੋਵੇਗੀ। ਪੱਛਮੀ ਫਿਲਾਸਫਰ ਅਜਿਹੇ ਸਿਧਾਂਤ ਲਿਆ ਰਹੇ ਹਨ ਜਿਹਨੂੰ ਅਜੇ ਉਹ ਨੈਤਿਕਤਾ ਤੇ ਆਧਾਰਿਤ ਰਾਜਨੀਤੀ ਕਹਿੰਦੇ ਹਨ, ਲੇਕਿਨ ਹੈ ਉਹ ਸਾਡੇ ਸਤਿਗੁਰ ਦੀ ਬਖਸ਼ੀ ਧਰਮ ਆਧਾਰਿਤ ਰਾਜਨੀਤੀ। ਸਾਡੇ ਸਿਧਾਂਤ ਕਹਿੰਦੇ ਨੇ ਕਿ ਜਦ ਰਾਜਾ ਧਰਮ ਤੋਂ ਦੂਰ ਹੋ ਜਾਂਦਾ ਤਾਂ ਉਹ ਸ਼ੀਂਹ ਬਣ ਜਾਂਦਾ, ਉਸ ਦੇ ਅਹਿਲਕਾਰ ਸਿਸਟਮ ਕੁੱਤੇ ਬਣ ਜਾਂਦੇ ਨੇ। ਜੇ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਤਾਂ ਧਰਮ ਦਾ ਕੁੰਡਾ ਰਾਜ ਦੇ ਉੱਤੇ ਹੋਣਾ ਚਾਹੀਦਾ। ਇਹ ਸਿਧਾਂਤ ਸਾਡੇ ਸਤਿਗੁਰਾਂ ਨੇ ਇਕੱਲੇ ਸਿੱਖਾਂ ਨੂੰ ਨਹੀਂ, ਸਮੁੱਚੀ ਮਾਨਵਤਾ ਨੂੰ ਦਿੱਤਾ ਸੀ। ਆਓ ਪੂਰੇ ਭਰੋਸੇ ਦੇ ਨਾਲ ਇਸ ਫਲਸਫੇ ਨੂੰ ਦੁਨੀਆ ਦੇ ਅੱਗੇ ਰੱਖੀਏ ਕਿ ਦੁਨੀਆ ਵਾਲਿਓ, ਜੇ ਪਰਿਵਾਰਕ ਬਿਮਾਰੀਆਂ, ਸਮਾਜਿਕ ਬਿਮਾਰੀਆਂ, ਰਾਜਨੀਤਿਕ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਧਰਮ ਆਧਾਰਿਤ ਰਾਜਨੀਤੀ ਦੇ ਆਧਾਰ ਤੇ ਰਾਜ ਸਿਰਜ। ਅੱਜ ਦੁਨੀਆ ਵਿੱਚ ਕਈ ਮਾਡਰਨ ਲਹਿਰਾਂ ਚੱਲ ਰਹੀਆਂ ਨੇ ਕਿ ਕੁਦਰਤ ਨੂੰ ਬਚਾਓ, ਮਾਨਵਤਾ ਨੂੰ ਬਚਾਓ, ਵਾਤਾਵਰਣ ਨੂੰ ਬਚਾਓ। ਇਹਨਾਂ ਸਾਰਿਆਂ ਦਾ ਇੱਕੋ ਇੱਕ ਹੱਲ ਹੈ ਕਿ ਆਪਣੇ ਸਮਾਜ ਨੂੰ, ਆਪਣੇ ਰਾਜ ਨੂੰ
ਧਰਮ ਦੇ ਆਧਾਰ ਤੇ ਜਥੇਬੰਦ ਕਰੋ। ਮਨੁੱਖਤਾ ਦਾ ਭਲਾ ਇਸੇ ਗੱਲ ਵਿੱਚ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਤਾਂ ਅਸੀਂ ਫਿਰਕਾ ਪ੍ਰਸਤ ਨਹੀਂ ਹੁੰਦੇ। ਭਾਈ ਜਸਵੰਤ ਸਿੰਘ ਖਾਲੜਾ ਨੇ ਭਾਰਤੀ ਰਾਜ ਦੀ ਬੁਨਿਆਦੀ ਕਾਣ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਸੀ ਕਿ ਸਦੀਆਂ ਦੀ ਗੁਲਾਮੀ ਭੋਗਣ ਤੋਂ ਬਾਅਦ ਉਹਨਾਂ ਜਿਹੜਾ ਰਾਜ ਸਿਰਜਿਆ ਹੈ ਉਹ ਧਰਮ ਭਾਵ ਸਦਾਚਾਰ ਤੇ ਆਧਾਰਿਤ ਨਾ ਹੋਣ ਕਰਕੇ ਉਹ ਅੱਜ ਬੰਦੇ ਨੂੰ ਬੰਦਾ ਨਹੀਂ ਸਮਝਦੇ। ਉਹਨਾਂ ਦਾ ਵੀ ਹੱਲ ਸਦਾਚਾਰੀ ਧਰਮ ਤੇ ਆਧਾਰਿਤ ਸਮਾਜ ਤੇ ਰਾਜ ਨੂੰ ਜਥੇਬੰਦ ਕਰਕੇ ਹੀ ਹੋ ਸਕਦਾ ਹੈ। ਭਾਈ ਖਾਲੜਾ ਨੇ ਤੰਜੀਆ ਲਹਿਜੇ ਵਿੱਚ ਕਿਹਾ ਸੀ ਕਿ ਦਿੱਲੀ ਵਾਲਿਓ, ਤੁਹਾਨੂੰ ਤੁਹਾਡਾ ਘਰ ਮੁਬਾਰਕ, ਤੁਹਾਨੂੰ ਤੁਹਾਡਾ 33 ਕਰੋੜ ਦੇਵੀ ਦੇਵਤਿਆਂ ਵਾਲਾ ਰਾਜ ਮੁਬਾਰਕ, ਪਰ ਸਾਨੂੰ ਸਾਡੇ ਫਲਸਫੇ ਅਨੁਸਾਰ ਆਪਣਾ ਰਾਜ ਸਿਰਜ ਲੈਣ ਦਿਓ। ਦੁਨੀਆ ਦੋਵਾਂ ਰਾਜਾਂ ਦੀ ਤੁਲਨਾ ਕਰਕੇ ਦੇਖ ਲਵੇਗੀ ਕਿ ਕਿਹੜਾ ਰਾਜ ਚੰਗਾ ਤੇ ਕਿਹੜਾ ਮਾੜਾ ਹੈ। ਇਸ ਸਮਾਗਮ ਉਪਰੰਤ ਭਾਈ ਖਾਲੜਾ ਆਪਣੀ ਕੈਨੇਡਾ ਦੀ ਪਹਿਲੀ ਸੰਖੇਪ ਪਰ ਬੇਹੱਦ ਮਹੱਤਵਪੂਰਨ ਫੇਰੀ ਪੂਰੀ ਕਰਕੇ ਪੰਜਾਬ ਮੁੜਨ ਲਈ ਇੰਗਲੈਂਡ ਨੂੰ ਰਵਾਨਾ ਹੋ ਗਿਆ ਸੀ। ਇੰਗਲੈਂਡ ਵਿੱਚ ਕੁਝ ਦਿਨ ਆਪਣੇ ਭਰਾਵਾਂ ਕੋਲ ਠਹਿਰਨ ਤੇ ਵਾਕਫਕਾਰਾਂ ਨੂੰ ਮਿਲਣ ਤੋਂ ਬਾਅਦ ਉਹ ਕਾਹਲੀ ਨਾਲ ਪੰਜਾਬ ਪਰਤ ਆਇਆ ਸੀ। ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ। ਲੇਖਕ ਸਰਦਾਰ ਅਜਮੇਰ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਭਾਗ 19। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।